ਹੈਲੋ ਸਟੂਡੈਂਟਸ। ਬੇਟਾ ਇਸ ਵੀਡੀਓ ਦੇ ਵਿੱਚ ਆਪਾਂ ਵੈਸੇ ਤਾਂ ਮੇਨ ਤਾਂ ਡਿਸਕਸ ਕਰਨੀ ਹੈ ਬਰਨੌਲੀਜ਼ ਥਿਊਰਮ। ਬਟ ਬਰਨੌਲੀਜ਼ ਥਿਊਰਮ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਲਿਕੁਇਡ 'ਚ ਕਿੰਨੇ ਟਾਈਪਸ ਦੀ એનર્ਜੀ ਹੁੰਦੀ ਹੈ, ਕੀ ਉਹਦੇ ਫਾਰਮੂਲੇ ਹੁੰਦੇ ਨੇ, ਹੈ ਨਾ। ਵੇਰੀਅਸ ਟਾਈਪਸ ਆਫ એનર્ਜੀਜ਼ possessed by liquid। ਠੀਕ ਹੈ, ਸਭ ਤੋਂ ਪਹਿਲਾਂ ਤਾਂ ਲਿਕੁਇਡ ਦੇ ਵਿੱਚ એનર્ਜੀ ਹੁੰਦੀ ਹੈ ਡਿਊ ਟੂ ਇਟਸ ਮੋਸ਼ਨ। એનર્ਜੀ possessed by liquid due to its motion, ਜਿਸ ਨੂੰ ਅਸੀਂ ਕਹਿੰਦੇ ਹਾਂ ਉਹਦੀ ਕਾਈਨੈਟਿਕ એનર્ਜੀ। ਮੋਸ਼ਨ ਕਾਰਨ ਜੋ ਲਿਕੁਇਡ 'ਚ એનર્ਜੀ ਹੁੰਦੀ ਹੈ ਦੈਟ એનર્ਜੀ ਇਜ਼ ਨੋਨ ਐਜ਼ ਕਾਈਨੈਟਿਕ એનર્ਜੀ। ਕਾਈਨੈਟਿਕ એનર્ਜੀ ਦਾ ਫਾਰਮੂਲਾ ਹੁੰਦਾ ਹੈ ਹਾਫ mv²। ਐਂਡ ਬੇਟਾ ਕਾਈਨੈਟਿਕ એનર્ਜੀ ਪਰ ਯੂਨਿਟ ਮਾਸ, ਕਾਈਨੈਟਿਕ એનર્ਜੀ ਪਰ ਯੂਨਿਟ ਮਾਸ ਦਾ ਫਾਰਮੂਲਾ ਬਣੇਗਾ ਕਾਈਨੈਟਿਕ એનર્ਜੀ ਅਪੋਨ ਮਾਸ, ਹਾਫ mv² ਅਪੋਨ ਮਾਸ। ਮਾਸ ਨਾਲ ਮਾਸ ਕੈਂਸਲ ਹੋ ਕੇ ਹਾਫ v²। ਕਾਈਨੈਟਿਕ એનર્ਜੀ ਪਰ ਯੂਨਿਟ ਵੋਲੀਅਮ ਦਾ ਫਾਰਮੂਲਾ, ਕਾਈਨੈਟਿਕ એનર્ਜੀ ਪਰ ਯੂਨਿਟ ਵੋਲੀਅਮ ਨੂੰ ਅਸੀਂ ਲਿਖਾਂਗੇ ਕਾਈਨੈਟਿਕ એનર્ਜੀ ਅਪੋਨ ਵੋਲੀਅਮ। ਕਾਈਨੈਟਿਕ એનર્ਜੀ ਦਾ ਫਾਰਮੂਲਾ ਹੁੰਦਾ ਹਾਫ mv²। ਵੋਲੀਅਮ ਹੁੰਦਾ ਮਾਸ ਅਪੋਨ ਡੈਂਸਿਟੀ। ਮਾਸ ਅਪੋਨ ਡੈਂਸਿਟੀ, ਮਾਸ ਨਾਲ ਮਾਸ ਕੈਂਸਲ ਹੋ ਜਾਏਗਾ, ਡੈਂਸਿਟੀ ਉੱਪਰ ਚਲੀ ਜਾਏਗੀ, ਹਾਫ ρv²। ਸੋ ਬੇਟਾ ਦਿਸ ਇਜ਼ ਫਾਰਮੂਲਾ ਫॉर ਕਾਈਨੈਟਿਕ એનર્ਜੀ, this is formula for kinetic energy per unit mass and this is formula for kinetic energy per unit volume। ठीक है। सेकंड, एनर्जी possessed by liquid due to its height is known as potential energy। ਲਿਕੁਇਡ ਦੇ ਵਿੱਚ એનર્ਜੀ ਆਪਣੀ ਹਾਈਟ ਕਾਰਨ ਜਿਹੜੀ ਆਉਂਦੀ ਹੈ ਦੈਟ ਇਜ਼ ਨੋਨ ਐਜ਼ ਪੋਟੈਂਸ਼ੀਅਲ એનર્ਜੀ। ਸੋ ਬੇਟਾ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ mgh। ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ ਇਜ਼ ਇਕੁਅਲ ਟੂ, ਇਹ ਆਏਗੀ ਪੋਟੈਂਸ਼ੀਅਲ એનર્ਜੀ ਪਰ ਮਾਸ। ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ mgh, m ਨਾਲ m ਕੈਂਸਲ, gh ਇਜ਼ ਦਾ ਫਾਰਮੂਲਾ ਫॉर ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ, ਹੈ ਨਾ। पोटेंशियल एनर्जी पर यूनिट वॉल्यूम का फार्मूला, पोटेंशियल एनर्जी अपॉन वॉल्यूम। ओके, थोड़ा विजिबल ही नहीं हो रहा बेटा। एनर्जी पोजेस्ड बाय लिक्विड ड्यू टू इट्स हाइट इज नोन एज पोटेंशियल एनर्जी। ठीक है, पोटेंशियल एनर्जी का फार्मूला की होंगे mgh। पोटेंशियल एनर्जी पर यूनिट मास का फार्मूला पोटेंशियल एनर्जी अपॉन मास। पोटेंशियल एनर्जी का फार्मूला mgh, m नाल m कैंसल, gh। पोटेंशियल एनर्जी पर यूनिट वॉल्यूम का फार्मूला पोटेंशियल एनर्जी अपॉन वॉल्यूम। पोटेंशियल एनर्जी का फार्मूला mgh, वॉल्यूम का फार्मूला मास अपॉन डेंसिटी। डेंसिटी ऊपर चली जाएगी, मास नाल मास कैंसिल हो जाएगा, रो जी एच इज पोटेंशियल एनर्जी पर यूनिट वॉल्यूम, है ना। थर्ड, एनर्जी possessed by liquid due to its pressure is known as pressure energy। ਤਾਂ ਆਪਾਂ ਪਹਿਲਾ ਫਾਰਮੂਲਾ ਡਰਾਈਵ ਕਰਦੇ ਹਾਂ ਪ੍ਰੈਸ਼ਰ એનર્ਜੀ ਦਾ, ਕਿਉਂਕਿ ਕਾਈਨੈਟਿਕ એનર્ਜੀ ਅਸੀਂ ਪਹਿਲਾਂ ਪੜ੍ਹੀ ਹੋਈ ਸੀ, ਉਹਦਾ ਫਾਰਮੂਲਾ ਸਾਨੂੰ ਡਰਾਈਵ ਕਰਨ ਦੀ ਲੋੜ ਨਹੀਂ ਸੀ। ਪੋਟੈਂਸ਼ੀਅਲ એનર્ਜੀ ਸਾਨੂੰ ਪਹਿਲਾਂ ਪੜ੍ਹੀ ਹੋਈ ਹੈ, ਉਹਦਾ ਫਾਰਮੂਲਾ ਡਰਾਈਵ ਕਰਨ ਦੀ ਲੋੜ ਨਹੀਂ ਹੈ। ਪ੍ਰੈਸ਼ਰ એનર્ਜੀ ਅਸੀਂ ਪਹਿਲੀ ਵਾਰ ਪੜ੍ਹ ਰਹੇ ਹਾਂ, ਤਾਂ ਪਹਿਲਾਂ ਇਹਦਾ ਫਾਰਮੂਲਾ ਬਣਾ ਲਈਏ। ਪ੍ਰੈਸ਼ਰ એનર્ਜੀ ਹੁੰਦੀ ਹੈ वर्क डन अगेंस्ट प्रैशर इज नोन एज प्रैशर एनर्जी। प्रैशर के अगेंस्ट जो वर्क डन होएगा इन डिसप्लेसिंग द लिक्विड, इन डिसप्लेसिंग द लिक्विड, दैट एनर्जी इज नोन एज वर्क डन इज नोन एज एनर्जी, है ना। तो बेटा सपोज करो अपने को एक कंटेनर है, ठीक है।
उस कंटेनर दे साइड ट्यूब लगी हुई है फिटेड विद पिस्टन। ओके, ਪ੍ਰੈਸ਼ਰ એનર્ਜੀ ਦਾ ਕਨਸੈਪਟ ਤੁਹਾਨੂੰ ਸਮਝ ਆ ਗਿਆ? ਮੈਨੂੰ ਲੱਗਦਾ ਫੇਰ ਨਹੀਂ ਤੁਹਾਨੂੰ ਵਿਜ਼ੀਬਲ ਹੋਇਆ। એનર્ਜੀ ਜਿਹੜੀ ਪ੍ਰੈਸ਼ਰ ਕਾਰਨ ਬਣੇਗੀ, ਲਿਕੁਇਡ ਦੇ ਪ੍ਰੈਸ਼ਰ ਕਾਰਨ, ਦੈਟ એનર્ਜੀ ਇਜ਼ ਨੋਨ ਐਜ਼ ਪ੍ਰੈਸ਼ਰ એનર્ਜੀ ਬੇਟਾ। ਠੀਕ ਹੈ, ਪ੍ਰੈਸ਼ਰ એનર્ਜੀ ਦੀ ਡੈਫੀਨੇਸ਼ਨ ਕੀ ਹੈ? ਵੀ ਕਿਸੇ ਵੀ ਲਿਕੁਇਡ ਨੂੰ ਪ੍ਰੈਸ਼ਰ ਦੇ ਅਗੇਂਸਟ ਦਾ ਪ੍ਰੈਸ਼ਰ ਲਿਕੁਇਡ ਨੂੰ ਡਿਸਪਲੇਸ ਕਰਨਾ। ਜਿੰਨਾ ਵਰਕ ਡਨ ਹੋਏਗਾ ਦੈਟ ਵਰਕ ਡਨ ਇਜ਼ ਨੋਨ ਐਜ਼ એનર્ਜੀ। ਤਾਂ ਸਪੋਜ਼ ਕਰ ਲਓ ਆਪਣੇ ਕੋਲ ਇੱਕ ਕੰਟੇਨਰ ਹੈ ਬੇਟਾ, ਸਾਈਡ ਟਿਊਬ ਹੈ ਫਿਟਡ ਵਿਦ ਪਿਸਟਨ, ਹੈਵਿੰਗ ਏਰੀਆ ਆਫ cross section A। ਇਸ ਪਿਸਟਨ ਦਾ ਏਰੀਆ ਆਫ cross section A ਹੈ। ਇਸ ਦੇ ਵਿੱਚ ਲਿਕੁਇਡ ਫਿਲ ਹੈ ਬੇਟਾ, ਲਿਕੁਇਡ ਹੈ ਨਾ। ਅਤੇ ਲਿਕੁਇਡ ਦੀ ਹਾਈਟ ਕਾਰਨ, ਲਿਕੁਇਡ ਦੀ ਹਾਈਟ ਕਾਰਨ ਇਹਦੇ ਬੋਟਮ ਪੁਆਇੰਟ 'ਤੇ ਕੀ ਬਣੇਗਾ? ਪ੍ਰੈਸ਼ਰ। ਬੋਟਮ ਪੁਆਇੰਟ 'ਤੇ ਬੇਟਾ ਕਿੰਨਾ ਪ੍ਰੈਸ਼ਰ ਬਣੇਗਾ? H ρg। ਜਿੰਨਾ ਪ੍ਰੈਸ਼ਰ ਇੱਥੇ ਬਣੇਗਾ ਉਨਾ ਹੀ ਪ੍ਰੈਸ਼ਰ ਉਰੇ ਬਣੇਗਾ। ਵਾਈ? ਕਿਉਂਕਿ ਆਪਾਂ ਨੇ ਪੜ੍ਹਿਆ ਹੋਇਆ ਵੀ ਹੋਰੀਜ਼ੋਨਟਲ ਲਾਈਨ 'ਚ ਸਾਰੇ ਪੁਆਇੰਟਸ 'ਤੇ ਪ੍ਰੈਸ਼ਰ ਕੀ ਹੁੰਦਾ? ਸੇਮ। ਤਾਂ ਉਰੇ ਵੀ ਇੰਨਾ ਹੀ ਪ੍ਰੈਸ਼ਰ ਬਣੇਗਾ। ਹੁਣ ਆਪਾਂ ਨੇ ਇਸ ਪ੍ਰੈਸ਼ਰ ਦੇ ਅਗੇਂਸਟ ਇਸ ਨੂੰ ਡਿਸਪਲੇਸ ਕਰਨਾ ਅੰਦਰ ਨੂੰ। ਇਸ ਪ੍ਰੈਸ਼ਰ ਦੇ ਅਗੇਂਸਟ ਆਪਾਂ ਨੇ ਪਿਸਟਨ ਨੂੰ ਅੰਦਰ ਨੂੰ ਡਿਸਪਲੇਸ ਕਰਨਾ। ਸਪੋਜ਼ ਕਰੋ ਕਿੰਨਾ ਡਿਸਟੈਂਸ ਡਿਸਪਲੇਸ ਕੀਤਾ? x। ਠੀਕ ਹੈ, ਅਗੇਂਸਟ ਦਾ pressure P we displace the liquid up to distance x, है ना। x distance तक डिस्प्लेस करना है। जिन्ना वर्क डन होएगा that work done is known as pressure energy। ਜਿੰਨਾ ਵੀ ਵਰਕ ਡਨ ਹੋਏਗਾ ਉਸ ਵਰਕ ਡਨ ਨੂੰ ਅਸੀਂ ਕੀ ਬੋਲਾਂਗੇ ਬੇਟਾ? ਪ੍ਰੈਸ਼ਰ એનર્ਜੀ। ਵਰਕ ਡਨ ਦਾ ਫਾਰਮੂਲਾ ਕੀ ਹੁੰਦਾ? ਫੋਰਸ ਇਨਟੂ ਡਿਸਟੈਂਸ, ਹੈ ਨਾ। ਫੋਰਸ ਦਾ ਫਾਰਮੂਲਾ ਹੁੰਦਾ ਪ੍ਰੈਸ਼ਰ ਇਨਟੂ ਏਰੀਆ। ਪ੍ਰੈਸ਼ਰ ਇੱਥੇ ਲੱਗ ਰਿਹਾ P, ਏਰੀਆ ਆਫ cross section ਕਿੰਨਾ? A। ਪ੍ਰੈਸ਼ਰ P, ਏਰੀਆ A, ਫੋਰਸ ਹੋ ਗਈ। ਕਿੰਨਾ ਡਿਸਟੈਂਸ ਮੂਵ ਕਰਵਾਇਆ? x। ਸੋ ਜਿਹੜਾ ਇਹ ਵਰਕ ਡਨ ਬਣ ਗਿਆ PAX, ਦਿਸ ਇਜ਼ ਨੋਨ ਐਜ਼ ਪ੍ਰੈਸ਼ਰ એનર્ਜੀ। ਲਿਕੁਇਡ ਨੂੰ ਪ੍ਰੈਸ਼ਰ ਦੇ ਅਗੇਂਸਟ ਡਿਸਪਲੇਸ ਕਰਨ 'ਚ ਜੋ ਵਰਕ ਡਨ ਆਏਗਾ ਦੈਟ ਵਰਕ ਡਨ ਇਜ਼ ਨੋਨ ਐਜ਼ ਪ੍ਰੈਸ਼ਰ એનર્ਜੀ। ਠੀਕ ਹੈ, ਇਹ ਫਾਰਮੂਲਾ ਪ੍ਰੈਸ਼ਰ એનર્ਜੀ ਦਾ ਹੈ ਬੇਟਾ। ਜੇ ਮੈਨੇ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਕੱਢਣਾ ਹੋਵੇ, ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਇਹ ਫਾਈਂਡ ਆਊਟ ਕਰਨਾ ਹੋਵੇ ਤਾਂ ਅਸੀਂ ਪ੍ਰੈਸ਼ਰ એનર્ਜੀ ਨੂੰ ਮਾਸ ਨਾਲ ਡਿਵਾਈਡ ਕਰਾਂਗੇ। ਪ੍ਰੈਸ਼ਰ એનર્ਜੀ ਦਾ ਫਾਰਮੂਲਾ PAX, ਮਾਸ ਦਾ ਫਾਰਮੂਲਾ ਵੋਲੀਅਮ ਇਨਟੂ ਡੈਂਸਿਟੀ ਹੁੰਦਾ, ਵੋਲੀਅਮ ਇਨਟੂ ਡੈਂਸਿਟੀ, ਹੈ ਨਾ। PAX ਡੈਂਸਿਟੀ ਵੋਲੀਅਮ। ਬੇਟਾ ਆਹ ਵਾਲੀ ਲਿਕੁਇਡ ਦਾ ਵੋਲੀਅਮ ਲੈਣਾ ਜਿਹੜਾ ਲਿਕੁਇਡ ਤੁਸੀਂ ਡਿਸਪਲੇਸ ਕੀਤਾ। V ਇਜ਼ ਵੋਲੀਅਮ ਆਫ ਦੈਟ ਲਿਕੁਇਡ ਵਿਚ ਯੂ ਡਿਸਪਲੇਸ। ਇਹਦਾ ਵੋਲੀਅਮ ਲੈਣਾ ਹੈ। ਇਹ ਕਿਹੋ ਜਿਹੀ ਸ਼ੇਪ ਹੋਏਗੀ ਬੇਟਾ? ਸਿਲੰਡਰੀਕਲ। ਸਿਲੰਡਰ ਦੇ ਵੋਲੀਅਮ ਦਾ ਫਾਰਮੂਲਾ ਹੁੰਦਾ ਏਰੀਆ ਇਨਟੂ ਡਿਸਟੈਂਸ, ਏਰੀਆ ਇਨਟੂ ਡਿਸਟੈਂਸ। ਸਿਲੰਡਰ ਦੇ ਵੋਲੀਅਮ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੈ, πr²h ਹੁੰਦਾ, πr²h। ਬਟ ਉਸ ਦੇ ਵਿੱਚੋਂ πr² ਕੀ ਹੋ ਗਿਆ? ਏਰੀਆ, ਡਿਸਟੈਂਸ ਹੋ ਗਿਆ x, ਹੈ ਨਾ। ਵੋਲੀਅਮ ਹੋ ਗਿਆ AX ਨਾਲ AX ਕੈਂਸਲ, ਹੈ ਨਾ। ਤਾਂ ਕੀ ਫਾਰਮੂਲਾ ਬਚ ਗਿਆ ਬੇਟਾ? P/ρ। ਦਿਸ ਇਜ਼ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ। ਦਿਸ ਫਾਰਮੂਲਾ ਇਜ਼ ਆਫ ਪ੍ਰੈਸ਼ਰ એનર્ਜੀ। ਆਹ ਜਿਹੜਾ ਫਾਰਮੂਲਾ ਹੈ ਪ੍ਰੈਸ਼ਰ એનર્ਜੀ ਦਾ, ਅਤੇ ਆਹ ਫਾਰਮੂਲਾ ਜਿਹੜਾ ਹੈਗਾ ਬੇਟਾ ਆਹ ਵਾਲਾ P/ρ ਇਜ਼ ਨੋਨ ਐਜ਼ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ। ਅਗਰ ਤੁਸੀਂ ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲੀਅਮ ਫਾਈਂਡ ਕਰਨੀ ਹੈ, ਪਰ ਯੂਨਿਟ ਵੋਲੀਅਮ, ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲੀਅਮ, ਫਿਰ ਤੁਸੀਂ ਪ੍ਰੈਸ਼ਰ એનર્ਜੀ ਨੂੰ ਵੋਲੀਅਮ ਨਾਲ ਡਿਵਾਈਡ ਕਰੋਗੇ। ਪ੍ਰੈਸ਼ਰ એનર્ਜੀ ਹੈ PAX, ਵੋਲੀਅਮ ਤੁਸੀਂ ਆਲਰੇਡੀ ਡਿਸਕਸ ਕਰ ਚੁੱਕੇ ਹੋ, ਆਹ ਵਾਲਾ ਜਿਹੜਾ ਲਿਕੁਇਡ ਡਿਸਪਲੇਸ ਕੀਤਾ ਹੈ। ਵੋਲੀਅਮ ਹੈਗਾ AX ਨਾਲ AX ਕੈਂਸਲ ਹੋ ਕੇ P ਬਚ ਗਿਆ। ਓਨਲੀ P ਇਜ਼ ਦਾ ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲੀਅਮ, ਹੈ ਨਾ। ਜੇ ਤੁਸੀਂ ਪ੍ਰੈਸ਼ਰ એનર્ਜੀ ਪਰ ਸੈਕਿੰਡ ਕੱਢਣੀ ਹੈ, ਫੋਰ ਐਗਜ਼ਾਮਪਲ ਪ੍ਰੈਸ਼ਰ એનર્ਜੀ ਪਰ ਸੈਕਿੰਡ ਫਾਈਂਡ ਕਰਨੀ ਹੈ, ਫਿਰ ਤੁਸੀਂ ਪ੍ਰੈਸ਼ਰ એનર્ਜੀ ਨੂੰ
ਪ੍ਰੈਸ਼ਰ એનર્ਜੀ ਨੂੰ ਟਾਈਮ ਨਾਲ ਡਿਵਾਈਡ ਕਰੋਗੇ, ਪ੍ਰੈਸ਼ਰ એનર્ਜੀ ਪਰ ਸੈਕਿੰਡ। ਜਿਵੇਂ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ 'ਚ ਤੁਸੀਂ ਪ੍ਰੈਸ਼ਰ એનર્ਜੀ ਨੂੰ ਮਾਸ ਨਾਲ ਡਿਵਾਈਡ ਕੀਤਾ, ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲਿਊਮ 'ਚ ਪ੍ਰੈਸ਼ਰ એનર્ਜੀ ਨੂੰ ਵੋਲਿਊਮ ਨਾਲ ਡਿਵਾਈਡ ਕੀਤਾ, ਪ੍ਰੈਸ਼ਰ એનર્ਜੀ ਪਰ ਸੈਕਿੰਡ 'ਚ ਪ੍ਰੈਸ਼ਰ એનર્ਜੀ ਨੂੰ ਟਾਈਮ ਨਾਲ ਡਿਵਾਈਡ ਕਰੋਗੇ। ਪ੍ਰੈਸ਼ਰ એનર્ਜੀ ਕਿੰਨੀ ਹੈ ਬੇਟਾ, PAX, ਟਾਈਮ ਨਾਲ ਡਿਵਾਈਡ ਕਰੋਗੇ, PAX is distance, distance upon time is known as velocity, PAV pressure into area of cross section into velocity is the formula of pressure energy per second। ਠੀਕ ਹੈ, ਤਾਂ ਲਿਕੁਇਡ ਦੇ ਵਿੱਚ ਜਿਹੜੀ ਟੋਟਲ એનર્ਜੀ ਹੁੰਦੀ ਹੈ ਬੇਟਾ, ਲਿਕੁਇਡ ਦੇ ਵਿੱਚ ਟੋਟਲ એનર્ਜੀ, ਇਹ ਕਾਈਨੈਟਿਕ એનર્ਜੀ ਵੀ ਹੁੰਦੀ ਹੈ ਮੋਸ਼ਨ ਕਾਰਨ, ਪੋਟੈਂਸ਼ੀਅਲ એનર્ਜੀ ਹੁੰਦੀ ਹੈ ਉਹਦੀ ਹਾਈਟ ਕਾਰਨ, ਐਂਡ ਪ੍ਰੈਸ਼ਰ એનર્ਜੀ ਵੀ ਹੁੰਦੀ ਹੈ ਡਿਊ ਟੂ ਇਟਸ ਪ੍ਰੈਸ਼ਰ ਕਾਰਨ। ਤਾਂ ਸਮ ਆਫ ਕਾਈਨੈਟਿਕ એનર્ਜੀ, ਪੋਟੈਂਸ਼ੀਅਲ એનર્ਜੀ ਐਂਡ ਪ੍ਰੈਸ਼ਰ એનર્ਜੀ ਇਜ਼ ਨੋਨ ਐਜ਼ ਟੋਟਲ એનર્ਜੀ ਆਫ ਲਿਕੁਇਡ। ਮੈਂ ਤੁਹਾਨੂੰ ਇੱਕ ਵਾਰੀ ਫੇਰ ਰਿਵਾਈਜ਼ ਕਰਵਾ ਦਿੰਦਾ ਬੇਟਾ, ਜਿਹੜੀ એનર્ਜੀ ਮੋਸ਼ਨ ਕਾਰਨ ਆਵੇ ਉਸਨੂੰ ਕਾਈਨੈਟਿਕ એનર્ਜੀ ਕਹਿੰਦੇ ਆ। ਕਾਈਨੈਟਿਕ એનર્ਜੀ ਦਾ ਫਾਰਮੂਲਾ 12mv² ਹੈ। ਕਾਈਨੈਟਿਕ એનર્ਜੀ ਪਰ ਯੂਨਿਟ ਮਾਸ ਦਾ ਫਾਰਮੂਲਾ 12v² ਹੈ। ਕਾਈਨੈਟਿਕ એનર્ਜੀ ਪਰ ਯੂਨਿਟ ਵੋਲਿਊਮ ਦਾ ਫਾਰਮੂਲਾ 12ρv² ਹੈ। ਜਿਹੜੀ એનર્ਜੀ ਹਾਈਟ ਕਾਰਨ ਆਵੇ, ਹਾਈਟ ਕਾਰਨ, ਮੋਸ਼ਨ ਨਾਲ ਕਾਈਨੈਟਿਕ એનર્ਜੀ ਆਉਂਦੀ ਹੈ, ਹਾਈਟ ਕਾਰਨ ਪੋਟੈਂਸ਼ੀਅਲ એનર્ਜੀ, ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ mgh, ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ ਦਾ ਫਾਰਮੂਲਾ gh, ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ ਦਾ ਫਾਰਮੂਲਾ ρgh। ਉਸ ਤੋਂ ਬਾਅਦ ਜਿਹੜੀ એનર્ਜੀ ਪ੍ਰੈਸ਼ਰ ਕਾਰਨ ਆਵੇ, ਦੈਟ ਇਜ਼ ਪ੍ਰੈਸ਼ਰ એનર્ਜੀ, ਹੈ ਨਾ। ਪ੍ਰੈਸ਼ਰ એનર્ਜੀ ਦੀ ਡੈਫੀਨੇਸ਼ਨ ਸੀ ਵਰਕ ਡਨ ਅਗੇਂਸਟ ਪ੍ਰੈਸ਼ਰ ਇਨ ਡਿਸਪਲੇਸਿੰਗ ਦਾ ਲਿਕੁਇਡ। ਕਿਸੇ ਵੀ ਲਿਕੁਇਡ ਨੂੰ ਪ੍ਰੈਸ਼ਰ ਦੇ ਅਗੇਂਸਟ ਡਿਸਪਲੇਸ ਕਰਨ 'ਚ ਜੋ ਵਰਕ ਡਨ ਹੁੰਦਾ ਦੈਟ ਇਜ਼ ਨੋਨ ਐਜ਼ ਪ੍ਰੈਸ਼ਰ એનર્ਜੀ। ਆਪਾਂ ਨੇ ਪ੍ਰੈਸ਼ਰ એનર્ਜੀ ਫਾਈਂਡ ਆਊਟ ਕਰ ਲਈ PAX, ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਫਾਈਂਡ ਆਊਟ ਕਰ ਲਈ P/ρ, ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲਿਊਮ ਫਾਈਂਡ ਆਊਟ ਕਰ ਲਈ P, ਐਂਡ ਪ੍ਰੈਸ਼ਰ એનર્ਜੀ ਪਰ ਸੈਕਿੰਡ ਵੀ ਫਾਈਂਡ ਆਊਟ ਕਰ ਲਈ PAV। ਇਹ ਸਾਰੇ ਹੀ ਫਾਰਮੂਲੇ ਬੇਟਾ ਜਿੰਨੇ ਮੈਂ ਤੁਹਾਨੂੰ ਦੱਸਦੇ, ਇਹ ਸਾਰੇ ਹੁਣ ਆਪਾਂ ਬਰਨੌਲੀਜ਼ ਥਿਊਰਮ 'ਚ ਯੂਜ਼ ਕਰਾਂਗੇ। ਕਲੀਅਰ? ਕੋਈ ਕਨਫਿਊਜ਼ਨ? ਸਮਝ ਆ ਗਿਆ? ਤਾਂ ਓਕੇ ਬੇਟਾ, ਹੁਣ ਆਪਾਂ ਸਟਾਰਟ ਕਰਾਂਗੇ ਬਰਨੌਲੀਜ਼ ਥਿਊਰਮ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਧਿਆਨ ਨਾਲ ਸਮਝਿਓ ਬੇਟਾ। ਬਰਨੌਲੀਜ਼ ਥਿਊਰਮ ਦੀ ਸਟੇਟਮੈਂਟ ਇਹ ਹੈ, for a streamlined flow at any cross section of pipe, total energy per unit mass of liquid remains constant। clear? ਕਹਿੰਦੇ ਸਟ੍ਰੀਮਲਾਈਨ ਫਲੋ ਹੋਣਾ ਚਾਹੀਦਾ ਹੈ। ਇਫ ਫਲੋ ਇਜ਼ ਸਟ੍ਰੀਮਲਾਈਨ ਤਾਂ ਪਾਈਪ ਦੇ ਕਿਸੇ ਵੀ ਕ੍ਰੋਸ ਸੈਕਸ਼ਨਲ ਏਰੀਆ 'ਤੇ ਤੁਸੀਂ ਮੇਜ਼ਰ ਕਰ ਲਓ, ਉਸ ਲਿਕੁਇਡ ਦੀ ਟੋਟਲ એનર્ਜੀ ਪਰ ਯੂਨਿਟ ਮਾਸ ਰਿਮੇਨਸ ਕੌਨਸਟੈਂਟ। ਬੇਟਾ ਟੋਟਲ એનર્ਜੀ पर यूनिट मास रिमेन्स कॉन्स्टेंट। टोटल एनर्जी केड़ी एनर्जी आ गई, काइनेटिक एनर्जी प्लस पोटेंशियल एनर्जी प्लस प्रैशर एनर्जी पर यूनिट मास रिमेन्स कॉन्स्टेंट। तैनू सेम लिख सकते हैं बेटा, काइनेटिक एनर्जी पर यूनिट मास प्लस पोटेंशियल एनर्जी पर यूनिट मास प्लस प्रैशर एनर्जी पर यूनिट मास द सम रिमेन्स कॉन्स्टेंट, क्योंकि लिक्विड ਦੇ ਵਿੱਚ ਤਿੰਨ ਤਰ੍ਹਾਂ ਦੀ એનર્ਜੀ ਹੁੰਦੀ ਹੈ ਨਾ। ਕਾਈਨੈਟਿਕ એનર્ਜੀ ਪਰ ਯੂਨਿਟ ਮਾਸ ਦਾ ਫਾਰਮੂਲਾ ਬਣਿਆ ਸੀ 12v², ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ ਦਾ ਫਾਰਮੂਲਾ ਬਣਿਆ ਸੀ gh, ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਦਾ ਫਾਰਮੂਲਾ ਕੀ ਬਣਿਆ ਸੀ ਬੇਟਾ, ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਦਾ P/ρ, ਹੈ ਨਾ। ਇਟ ਰਿਮੇਨਸ ਕੌਨਸਟੈਂਟ। ਠੀਕ ਹੈ, ਇਹ ਆਪਾਂ ਨੇ ਪ੍ਰੂਵ ਕਰਨਾ। ਦਿਸ ਇਜ਼ ਬਰਨੌਲੀਜ਼ ਥਿਊਰਮ ਦੀ ਸਟੇਟਮੈਂਟ। ਇਹਨੂੰ ਪ੍ਰੂਵ ਕਰਨਾ ਹੈ। ਇਹਨੂੰ ਪ੍ਰੂਵ ਕਰਨ ਵਾਸਤੇ ਫਿਰ ਬੇਟਾ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਇਹੋ ਜਿਹੀ ਪਾਈਪ ਲੈ ਲੈਂਦੇ ਹਾਂ ਜਿਸ ਦਾ ਏਰੀਆ ਆਫ ਕ੍ਰੋਸ ਸੈਕਸ਼ਨ ਡਿਫਰੈਂਟ ਹੈ
ਤੇ ਉਹ ਗਰਾਊਂਡ ਤੋਂ ਡਿਫਰੈਂਟ ਹਾਈਟ ਤੇ ਪਈ ਹੈ। ਸਪੋਜ਼ ਦਿਸ ਇਜ਼ ਗਰਾਊਂਡ ਲੈਵਲ, ਓਕੇ, ਐਂਡ ਇੱਕ ਪਾਈਪ having different area of cross section. ग्राउंड तो डिफरेंट हाइट ते पई है। दो एंड्स ले लेने, एंड ए एंड बी। ए एंड ग्राउंड तो H1 हाइट ते पे, बी एंड दी हाइट ग्राउंड तो H2 है। ठीक है, इस चों लिक्विड फ्लो कर रहा है बेटा इन द फॉर्म ऑफ स्ट्रीम लाइन्स। ठीक है बेटा, ਐਵੇਂ ਲਿਕੁਇਡ ਫਲੋ ਕਰ ਰਿਹਾ ਸਟ੍ਰੀਮ ਲਾਈਨਸ ਦੀ ਫਾਰਮ ਦੇ ਵਿੱਚ। ਲਿਕੁਇਡ ਦੀ ਡੈਂਸਿਟੀ ਰੋ, ਠੀਕ ਹੈ, ਲਿਕੁਇਡ ਮੂਵ ਕਰ ਰਿਹਾ ਫਰੋਮ ਐਂਡ A ਟੂ ਐਂਡ B। ਇੱਧਰਲੇ ਐਂਡ ਦਾ ਏਰੀਆ ਆਫ ਕ੍ਰੋਸ ਸੈਕਸ਼ਨ ਹੈਗਾ A1, ਇੱਥੇ ਵੈਲੋਸਿਟੀ ਹੈਗੀ ਹੈ V1। ਇੱਧਰਲੇ ਐਂਡ ਦਾ ਏਰੀਆ ਆਫ ਕ੍ਰੋਸ ਸੈਕਸ਼ਨ ਹੈਗਾ A2, ਉਰੇ ਵੈਲੋਸਿਟੀ ਹੈਗੀ ਹੈ V2। ਇਸ ਐਂਡ ਦਾ ਪ੍ਰੈਸ਼ਰ P1, ਇਸ ਐਂਡ ਦਾ ਪ੍ਰੈਸ਼ਰ P2 है ना। ਆਪਾਂ ਨੇ ਆ ਚੀਜ਼ ਪ੍ਰੂਵ ਕਰਨੀ ਹੈ ਵੀ ਪੂਰੇ ਪਾਈਪ 'ਚ ਕਿਸੇ ਵੀ ਏਰੀਆ ਆਫ ਕ੍ਰੋਸ ਸੈਕਸ਼ਨ 'ਤੇ ਮੇਜਰ ਕਰ ਲਓ, ਚਾਹੇ ਉਰੇ ਚਾਹੇ ਉਰੇ ਚਾਹੇ ਉਰੇ ਚਾਹੇ ਉਰੇ ਚਾਹੇ ਉਰੇ ਚਾਹੇ ਉਰੇ, ਹਰ ਪੁਆਇੰਟ 'ਤੇ ਹੈ ਨਾ ਉਹਦੀ ਟੋਟਲ ਐਨਰਜੀ ਪਰ ਯੂਨਿਟ ਮਾਸ ਰਿਮੇਨਸ ਕੌਂਸਟੈਂਟ। ਇਹ ਪ੍ਰੂਵ ਕਰਨਾ ਆਪਾਂ ਨੇ। ਅੱਛਾ, ਬਿਕੋਜ਼ ਲਿਕੁਇਡ ਮੂਵਸ ਫਰੋਮ ਐਂਡ A ਟੂ B, A टू B, तो बेटा लिक्विड हमेशा मूव करता होंगे फ्रॉम हाई प्रैशर टू लो प्रैशर, फ्रॉम हाई प्रैशर टू लो प्रैशर। तो इसका मतलब ये होया P1 इज़ ग्रेटर दैन P2। इधर हाई प्रैशर हाई होएगा, ये प्रैशर लो होएगा। ठीक है, नो डाउट H1 इज़ लेस दैन H2, H1 घट है H2 ज़्यादा है, एंड नो डाउट V1 इज़ लेस दैन V2। वाई? बिकॉज A1 इज़ ग्रेटर दैन A2। ਆਪਾਂ ਨੇ ਪਿਛਲੇ ਕਈ ਟੌਪਿਕਸ ਪਿਛਲੇ ਵੀਡੀਓ 'ਚ ਪੜ੍ਹੀ ਸੀ ਨਾ ਇਕੁਏਸ਼ਨ ਆਫ ਕੰਟੀਨਿਊਟੀ। ਉਸ ਇਕੁਏਸ਼ਨ ਆਫ ਕੰਟੀਨਿਊਟੀ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਜ਼ਿਆਦਾ ਹੋਏਗਾ ਉੱਥੇ ਲਿਕੁਇਡ ਦੀ ਸਪੀਡ ਘੱਟ ਹੋਏਗੀ। ਤਾਂ ਬੇਟਾ ਇੱਧਰਲਾ ਏਰੀਆ ਆਫ ਕ੍ਰੋਸ ਸੈਕਸ਼ਨ ਜ਼ਿਆਦਾ ਹੈ, ਉਹਦੀ ਸਪੀਡ ਘੱਟ ਹੋਏਗੀ। ਇੱਧਰ ਏਰੀਆ ਆਫ ਕ੍ਰੋਸ ਸੈਕਸ਼ਨ ਘੱਟ ਹੈ, ਸਪੀਡ ਜ਼ਿਆਦਾ ਹੋਏਗੀ। ਕਲੀਅਰ ਬੇਟਾ? ਮੈਂ ਤੁਹਾਨੂੰ ਤਿੰਨੇ ਚੀਜ਼ਾਂ ਦੇਖੋ ਹੈ ਨਾ ਪੂਰਾ ਹੈ ਨਾ ਸਮਝਾਤਾ। ਆ ਦੇਖੋ ਮੈਂ ਤੁਹਾਨੂੰ ਹੋਰ ਇੱਧਰ ਵਾਈਡ ਕਰਕੇ ਲਿਖ ਦਿੰਦਾ, ਲਿਕੁਇਡ ਮੂਵ ਕਰ ਰਿਹਾ ਫਰੋਮ A ਟੂ B ਐਂਡ, ਹੈ ਨਾ। A ਐਂਡ 'ਤੇ ਪ੍ਰੈਸ਼ਰ ਹਾਈ ਹੈ, B ਐਂਡ 'ਤੇ ਪ੍ਰੈਸ਼ਰ ਲੋ ਹੈ। A ਐਂਡ ਦੀ ਹਾਈਟ ਘੱਟ ਹੈ, B ਐਂਡ ਦੀ ਹਾਈਟ ਜ਼ਿਆਦਾ ਹੈ ਨਾ। ਅਤੇ A ਐਂਡ ਦੀ ਵੈਲੋਸਿਟੀ ਘੱਟ ਹੈ, B ਐਂਡ ਦੀ ਵੈਲੋਸਿਟੀ ਜ਼ਿਆਦਾ ਹੈ। ਵੈਲੋਸਿਟੀ ਕਰਕੇ ਬਣਦੀ ਹੁੰਦੀ ਹੈ ਕਾਈਨੈਟਿਕ ਐਨਰਜੀ, ਹਾਈਟ ਕਰਕੇ ਬਣਦੀ ਹੁੰਦੀ ਹੈ ਪੋਟੈਂਸ਼ੀਅਲ ਐਨਰਜੀ, ਐਂਡ ਪ੍ਰੈਸ਼ਰ ਕਰਕੇ ਬਣਦੀ ਹੁੰਦੀ ਹੈ ਪ੍ਰੈਸ਼ਰ ਐਨਰਜੀ। ਤਾਂ ਬੇਟਾ ਸਿੰਪਲ ਜੀ ਗੱਲ ਹੈ, ਜਿੱਧਰ ਪ੍ਰੈਸ਼ਰ ਜ਼ਿਆਦਾ ਹੋਏਗਾ ਉੱਧਰ ਪ੍ਰੈਸ਼ਰ ਐਨਰਜੀ ਜ਼ਿਆਦਾ ਹੋਏਗੀ। ਦੈਟ ਮੀਨਸ ਕਿ ਪ੍ਰੈਸ਼ਰ ਐਨਰਜੀ ਫਸਟ ਐਂਡ 'ਤੇ ਐਟ ਐਂਡ A ਇਜ਼ ਗ੍ਰੇਟਰ ਦੈਨ ਪ੍ਰੈਸ਼ਰ ਐਨਰਜੀ ਐਟ ਐਂਡ B। ਪ੍ਰੈਸ਼ਰ, ਕਿਉਂਕਿ ਜਿੱਧਰ ਪ੍ਰੈਸ਼ਰ ਜ਼ਿਆਦਾ ਉੱਧਰ ਪ੍ਰੈਸ਼ਰ ਐਨਰਜੀ ਜ਼ਿਆਦਾ। ਅੱਛਾ, ਜਿੱਥੇ ਹਾਈਟ ਜ਼ਿਆਦਾ ਉੱਥੇ ਪੋਟੈਂਸ਼ੀਅਲ ਐਨਰਜੀ ਜ਼ਿਆਦਾ ਹੁੰਦੀ ਹੈ। ਇਹਦਾ ਮਤਲਬ ਪੋਟੈਂਸ਼ੀਅਲ ਐਨਰਜੀ at point A is less than potential energy at point B। ਕਲੀਅਰ? ਐਂਡ ਜਿੱਥੇ ਸਪੀਡ ਜ਼ਿਆਦਾ ਉੱਥੇ ਕਾਈਨੈਟਿਕ ਐਨਰਜੀ ਜ਼ਿਆਦਾ ਹੁੰਦੀ ਹੈ। ਇਹਦਾ ਮਤਲਬ ਕਾਈਨੈਟਿਕ ਐਨਰਜੀ ਐਟ ਪੁਆਇੰਟ A ਇਜ਼ ਲੈਸ ਦੈਨ ਕਾਈਨੈਟਿਕ ਐਨਰਜੀ ਐਟ ਪੁਆਇੰਟ B, ਹੈ ਨਾ। ਤਾਂ ਬੇਟਾ A ਐਂਡ ਤੋਂ B ਐਂਡ ਤੱਕ ਜਾਂਦੇ A ਐਂਡ 'ਤੇ ਪ੍ਰੈਸ਼ਰ ਐਨਰਜੀ, ਪਹਿਲਾਂ ਪ੍ਰੈਸ਼ਰ ਐਨਰਜੀ 'ਤੇ ਕੰਸਨਟਰੇਟ ਕਰੋ, ਕੰਸਨਟਰੇਟ ਔਨ ਪ੍ਰੈਸ਼ਰ ਐਨਰਜੀ। A ਐਂਡ 'ਤੇ ਪ੍ਰੈਸ਼ਰ ਐਨਰਜੀ ਜ਼ਿਆਦਾ ਹੈ, B ਐਂਡ 'ਤੇ ਪ੍ਰੈਸ਼ਰ ਐਨਰਜੀ ਘੱਟ ਹੈ। ਦੈਟ ਮੀਨਸ A ਐਂਡ ਤੋਂ B ਐਂਡ ਤੱਕ ਜਾਂਦੇ ਪ੍ਰੈਸ਼ਰ ਐਨਰਜੀ ਦਾ ਲੋਸ ਹੋਇਆ, ਹੈ ਨਾ। ਦੇਰ ਇਜ਼ ਫਰੋਮ ਐਂਡ A, ਮੈਂ ਇੱਥੇ ਲਿਖ ਰਿਹਾ ਦੇਖੋ, ਫਰੋਮ ਐਂਡ A ਟੂ B ਦੇਰ ਇਜ਼ ਲੋਸ ਇਨ ਪ੍ਰੈਸ਼ਰ ਐਨਰਜੀ। ਪ੍ਰੈਸ਼ਰ ਐਨਰਜੀ ਘਟੀ ਹੈ, ਨੀਚੇ ਤੋਂ ਉੱਪਰ ਜਾਂਦੇ ਪ੍ਰੈਸ਼ਰ ਐਨਰਜੀ ਘਟੀ ਹੈ। ਠੀਕ ਹੈ, ਪੋਟੈਂਸ਼ੀਅਲ ਐਨਰਜੀ ਵਧੀ ਹੈ। A ਐਂਡ 'ਤੇ ਪੋਟੈਂਸ਼ੀਅਲ ਐਨਰਜੀ ਘੱਟ ਸੀ, B ਐਂਡ 'ਤੇ ਪੋਟੈਂਸ਼ੀਅਲ ਐਨਰਜੀ ਜ਼ਿਆਦਾ, ਤਾਂ ਪੋਟੈਂਸ਼ੀਅਲ ਐਨਰਜੀ ਦਾ ਗੇਨ ਹੋਇਆ, gain in potential energy, and
ਕਾਈਨੈਟਿਕ એનર્ਜੀ ਸਪੀਡ ਵੀ ਵਧੀ ਹੈ, ਨੀਚੇ ਸਪੀਡ ਘੱਟ ਸੀ ਉੱਪਰ ਸਪੀਡ ਜ਼ਿਆਦਾ ਹੈ ਤਾਂ ਕਾਈਨੈਟਿਕ એનર્ਜੀ ਵੀ ਵਧੀ ਹੈ, ਦੇਰ ਇਜ਼ ਅ ਗੇਨ ਇਨ ਕਾਈਨੈਟਿਕ એનર્ਜੀ, ਹੈ ਨਾ। ਵੀ A ਐਂਡ ਤੋਂ B ਐਂਡ ਤੱਕ ਜਾਂਦੇ ਜਾਂਦੇ ਬੇਟਾ ਪ੍ਰੈਸ਼ਰ એનર્ਜੀ ਦਾ ਲੋਸ ਹੋਇਆ ਅਤੇ ਪੋਟੈਂਸ਼ੀਅਲ ਅਤੇ ਕਾਈਨੈਟਿਕ એનર્ਜੀ ਦਾ ਕੀ ਹੋਇਆ, ਗੇਨ। ਐਂਡ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ એનર્ਜੀ, ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ એનર્ਜੀ ਦੇ ਅਕੋਰਡਿੰਗ ਕੀ ਹੁੰਦਾ ਵੀ એનર્ਜੀ ਕੈਨ ਨਾਈਦਰ ਬੀ ਕ੍ਰੀਏਟਿਡ ਨੋਰ ਬੀ ਡਿਸਟਰੋਇਡ, ਓਨਲੀ ਕੈਨ ਟਰਾਂਸਫਰ ਫਰੋਮ ਵਨ ਫੋਰਮ ਟੂ ਅਨਦਰ। ਪੜ੍ਹਿਆ ਬੇਟਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ એનર્ਜੀ, ਯਾਦ ਹੈ ਨਾ ਤੁਹਾਡੇ ਵੀ ਨਾ ਤਾਂ એનર્ਜੀ ਕ੍ਰੀਏਟ ਹੁੰਦੀ ਨਾ એનર્ਜੀ ਡਿਸਟਰੋਏ ਹੁੰਦੀ, ਸਿਰਫ ਟਰਾਂਸਫਰ ਹੁੰਦੀ ਹੈ। ਤਾਂ ਬੇਟਾ ਲੋਸ ਇਨ ਪ੍ਰੈਸ਼ਰ એનર્ਜੀ ਦਾ ਮਤਲਬ ਵੀ ਪ੍ਰੈਸ਼ਰ એનર્ਜੀ ਡਿਸਟਰੋਏ ਹੋ ਰਹੀ ਹੈ, ਇਹ ਨਹੀਂ ਹੈਗਾ। ਗੇਨ ਇਨ ਪੋਟੈਂਸ਼ੀਅਲ એનર્ਜੀ ਅਤੇ ਗੇਨ ਇਨ ਕਾਈਨੈਟਿਕ એનર્ਜੀ ਦਾ ਮਤਲਬ ਕਿ ਕੀ એનર્ਜੀਜ਼ ਕ੍ਰੀਏਟ ਹੋ ਰਹੀਆਂ ਨੇ, ਨਹੀਂ। ਠੀਕ ਹੈ, ਇਹ ਤਾਂ ਜਿੰਨੀ ਪ੍ਰੈਸ਼ਰ એનર્ਜੀ ਦਾ ਲੋਸ ਹੋਏਗਾ ਓਨਾ ਇਹਨਾਂ ਦੋ એનર્ਜੀਜ਼ ਦਾ ਗੇਨ ਹੋਏਗਾ। ਪ੍ਰੈਸ਼ਰ એનર્ਜੀ ਹੀ ਪੋਟੈਂਸ਼ੀਅਲ એનર્ਜੀ ਅਤੇ ਕਾਈਨੈਟਿਕ એનਰਜੀ ਦੀ ਫੋਰਮ 'ਚ ਕਨਵਰਟ ਹੋ ਰਹੀ ਹੈ। ਜਿਵੇਂ ਜਿਵੇਂ ਲਿਕੁਇਡ ਮੂਵ ਕਰਦਾ ਨਾ ਫਰੋਮ ਐਂਡ A ਟੂ ਐਂਡ B, ਜਿਵੇਂ ਜਿਵੇਂ ਲਿਕੁਇਡ ਮੂਵ ਕਰੇਗਾ ਫਰੋਮ ਐਂਡ A ਟੂ ਐਂਡ B, ਉਵੇਂ ਉਵੇਂ ਪ੍ਰੈਸ਼ਰ એનર્ਜੀ ਦਾ ਲੋਸ ਹੋਈ ਜਾਏਗਾ, ਇਹਨਾਂ ਦੋ એનર્ਜੀਜ਼ ਦਾ ਗੇਨ ਹੋਏਗਾ। ਮੀਨਸ ਅਸੀਂ ਇਹ ਕਹਾਂਗੇ ਜਿੰਨਾ ਪ੍ਰੈਸ਼ਰ એનર્ਜੀ ਦਾ ਲੋਸ ਹੋਏਗਾ ਓਨਾ ਇਹਨਾਂ ਦੋ એનર્ਜੀਜ਼ ਦਾ ਗੇਨ ਹੋਏਗਾ। ਲੋਸ ਇਨ ਪ੍ਰੈਸ਼ਰ એનર્ਜੀ ਇਜ਼ ਇਕੁਅਲ ਟੂ ਗੇਨ ਇਨ ਪੋਟੈਂਸ਼ੀਅਲ એનર્ਜੀ ਪਲੱਸ ਗੇਨ ਇਨ ਕਾਈਨੈਟਿਕ એનર્ਜੀ। ਜਿੰਨਾ ਪ੍ਰੈਸ਼ਰ એનર્ਜੀ ਦਾ ਲੋਸ ਹੋਏਗਾ ਬੇਟਾ ਓਨਾ ਇਹ ਦੋ એનર્ਜੀਜ਼ ਦਾ ਗੇਨ ਹੋਏਗਾ। ਅਗਰ ਤੁਹਾਨੂੰ ਇਹ ਚੀਜ਼ ਸਮਝ ਆ ਗਈ, ਇਸ ਚੀਜ਼ ਨੂੰ ਅਪਲਾਈ ਕਰੋ, ਤੁਹਾਡੀ ਥਿਊਰਮ ਪ੍ਰੂਵ ਹੋ ਜਾਏਗੀ। ਠੀਕ ਹੈ, ਚਲੋ ਹੁਣ ਆਪਾਂ ਥਿਊਰਮ ਪ੍ਰੂਵ ਕਰਦੇ ਹਾਂ। ਮੈਂ ਤੁਹਾਨੂੰ ਬੇਸਿਕ ਕੰਸੈਪਟ ਸਾਰਾ ਸਮਝਾ ਚੁੱਕਿਆ ਵੀ ਫਰੋਮ ਐਂਡ A ਟੂ B ਐਂਡ ਅਸੀਂ ਕੀ ਫਾਈਂਡ ਆਊਟ ਕਰਨਾ ਹੈ। ਅਸੀਂ ਇਹ ਫਾਈਂਡ ਆਊਟ ਕਰਨਾ ਵੀ ਪ੍ਰੈਸ਼ਰ એનર્ਜੀ ਦਾ ਕਿੰਨਾ ਲੋਸ ਹੋਇਆ, ਪੋਟੈਂਸ਼ੀਅਲ ਅਤੇ ਕਾਈਨੈਟਿਕ એનર્ਜੀ ਦਾ ਕਿੰਨਾ ਕਿੰਨਾ ਗੇਨ ਹੋਇਆ। ਓਕੇ, ਚਲੋ ਉਸ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਹ ਦੇਖ ਲਓ ਵੀ ਪਾਈਪ 'ਚੋਂ ਕਿੰਨਾ ਮਾਸ ਐਂਟਰ ਜਾਂ ਲੀਵ ਕੀਤਾ ਹੈ। ਮਾਸ ਆਫ ਲਿਕੁਇਡ ਫਲੋਇੰਗ ਪਰ ਸੈਕਿੰਡ ਥਰੂ ਪਾਈਪ, mass of liquid flowing per second through pipe। ਬੇਟਾ ਮਾਸ ਪਰ ਸੈਕਿੰਡ ਦਾ ਫਾਰਮੂਲਾ, ਮਾਸ ਪਰ ਸੈਕਿੰਡ ਦਾ ਫਾਰਮੂਲਾ ਤੁਹਾਨੂੰ ਮੈਂ ਪਿਛਲੇ ਵੀਡੀਓ 'ਚ ਦੱਸਿਆ ਸੀ, A ਇੰਟੂ V ਇੰਟੂ ਰੋ ਹੁੰਦਾ, A ਇੰਟੂ V ਇੰਟੂ ਰੋ ਹੁੰਦਾ। ਤਾਂ ਬੇਟਾ ਕਿੰਨਾ ਮਾਸ ਐਂਟਰ ਹੋਇਆ, ਹੈ ਨਾ, ਕਿੰਨਾ ਮਾਸ ਐਂਟਰ ਹੋਇਆ A1 V1 ਰੋ, ਕਿੰਨਾ ਮਾਸ ਲੀਵ ਹੋਇਆ A2 V2 ਰੋ। ਕਿਉਂਕਿ ਪਾਈਪ 'ਚ ਕਿਸੇ ਤਰ੍ਹਾਂ ਦੀ ਕੋਈ ਲੀਕੇਜ ਨਹੀਂ ਹੁੰਦੀ, ਆਪਾਂ ਨੇ ਪਿਛਲੇ ਉਸ 'ਚ ਪੜ੍ਹਿਆ ਸੀਗਾ, ਹੈ ਨਾ। ਪਾਈਪ 'ਚ ਕਿਸੇ ਤਰ੍ਹਾਂ ਦੀ ਇਕੁਏਸ਼ਨ ਆਫ ਕੰਟੀਨਿਊਟੀ 'ਚ ਪੜ੍ਹਿਆ ਸੀ ਵੀ ਹੈ ਨਾ, ਪਾਈਪ 'ਚ ਕਿਸੇ ਤਰ੍ਹਾਂ ਦੀ ਕੋਈ ਲੀਕੇਜ ਨਹੀਂ ਹੁੰਦੀ, ਤਾਂ ਜਿੰਨਾ ਮਾਸ ਐਂਟਰ ਹੋਏਗਾ ਓਨਾ ਹੀ ਲੀਵ ਹੋਏਗਾ। ਐਂਟਰ ਹੋਇਆ A1 V1 ਰੋ, ਲੀਵ ਹੋਇਆ A2 V2 ਰੋ। ਦਿਸ ਇਜ਼ ਮਾਸ ਪਰ ਸੈਕਿੰਡ, ਹੈ ਨਾ। ਤਾਂ ਇਹਨੂੰ ਆਪਾਂ ਐਵੇਂ ਲਿਖ ਲਓ ਬੇਟਾ, ਦੇਖੋ A1 V1 ਰੋ ਵੀ ਮਾਸ ਪਰ ਸੈਕਿੰਡ ਹੈ, ਇਹਨੂੰ ਲਿਖ ਸਕਦੇ ਹਾਂ A1 V1 ਇਜ਼ ਇਕੁਅਲ ਟੂ ਮਾਸ ਅਪੋਨ ਡੈਂਸਿਟੀ, ਮਾਸ ਅਪੋਨ ਡੈਂਸਿਟੀ ਇਜ਼ ਇਕੁਅਲ ਟੂ ਵੋਲੀਅਮ। ਵੋਲੀਅਮ ਨੂੰ ਅਸੀਂ ਕੈਪੀਟਲ V ਨਾਲ ਡਿਨੋਟ ਕਰ ਰਹੇ ਹਾਂ। A1 V1 ਇੱਥੋਂ ਦੇਖੋ ਨਾ, A1 V1 ਰੋ ਨੂੰ M ਲਿਖ ਲਿਆ ਅਤੇ A1 V1 ਹੋ ਗਿਆ M ਅਪੋਨ ਰੋ, ਵੋਲੀਅਮ। ਸਿਮਿਲਰਲੀ A2 V2 ਰੋ ਵੀ ਕਿਸ ਦੇ ਇਕੁਅਲ ਹੈ ਬੇਟਾ, M ਦੇ, ਆਹ ਦੇਖੋ, ਹੈ ਨਾ। ਇਹਨੂੰ ਵੀ ਅਸੀਂ ਕੀ ਲਿਖ ਲਾਂਗੇ A2 V2 ਇਜ਼ ਇਕੁਅਲ ਟੂ M ਬਾਏ ਰੋ, M ਬਾਏ ਰੋ ਇਜ਼ ਨੋਨ ਐਜ਼ ਵੋਲੀਅਮ। A1 V1 ਵੀ A2 V2 ਵੀ ਕਿਸ ਦੇ ਇਕੁਅਲ ਹੈ ਬੇਟਾ, M ਬਾਏ ਰੋ ਇਜ਼ ਨੋਨ ਐਜ਼ ਵੋਲੀਅਮ, ਕੈਪੀਟਲ V ਇਜ਼ ਵੋਲੀਅਮ ਬੇਟਾ, ਦਿਸ ਇਜ਼ ਵੋਲੀਅਮ ਪਰ ਸੈਕਿੰਡ। ਸਮਝ ਗਏ? ਓਕੇ, ਤਾਂ ਹੁਣ ਆਪਾਂ ਪਹਿਲਾਂ ਪ੍ਰੈਸ਼ਰ એનર્ਜੀ ਪਰ ਸੈਕਿੰਡ ਕੱਢ ਲਓ ਐਟ ਪੁਆਇੰਟ A, ਪ੍ਰੈਸ਼ਰ એનર્ਜੀ ਪਰ ਸੈਕਿੰਡ ਐਟ ਪੁਆਇੰਟ A, ਪ੍ਰੈਸ਼ਰ એનર્ਜੀ ਪਰ ਸੈਕਿੰਡ ਐਟ ਪੁਆਇੰਟ A। ਪ੍ਰੈਸ਼ਰ એનર્ਜੀ ਪਰ ਸੈਕਿੰਡ ਦਾ ਫਾਰਮੂਲਾ, ਪ੍ਰੈਸ਼ਰ એનર્ਜੀ ਪਰ ਸੈਕਿੰਡ ਦਾ ਫਾਰਮੂਲਾ ਤੁਹਾਨੂੰ ਸਮਝਾ ਕੇ ਹਟਿਆ ਬੇਟਾ, ਆਹ ਦੇਖੋ ਪ੍ਰੈਸ਼ਰ, ਆਹ ਦੇਖੋ ਬੇਟਾ ਪ੍ਰੈਸ਼ਰ એનર્ਜੀ ਪਰ ਸੈਕਿੰਡ ਦਾ ਫਾਰਮੂਲਾ ਬਣਾਇਆ ਸੀ ਨਾ, PAV, ਪ੍ਰੈਸ਼ਰ ਇੰਟੂ ਏਰੀਆ ਆਫ ਕ੍ਰੋਸ ਸੈਕਸ਼ਨ ਇੰਟੂ ਵੈਲੋਸਿਟੀ। ਇਹ ਫਾਰਮੂਲਾ ਲਗਾਓ ਇਹ ਪੁਆਇੰਟ 'ਤੇ। ਪ੍ਰੈਸ਼ਰ ਕਿੰਨਾ P1, ਏਰੀਆ ਕਿੰਨਾ A1, ਵੈਲੋਸਿਟੀ ਕਿੰਨੀ ਹੈ V1। A1 V1 ਕਿਸ ਦੇ ਇਕੁਅਲ ਹੈ, A1 V1 ਤੁਹਾਨੂੰ ਵਿਜ਼ੀਬਲ ਨਹੀਂ ਹੈਗਾ, ਹੈ ਨਾ, ਵੇਟ ਅ ਮਿੰਟ। ਪ੍ਰੈਸ਼ਰ ਪੁੱਟ ਕਰਤਾ ਬੇਟਾ P1,
ਏਰੀਆ ਆਫ ਕੋਰ ਸੈਕਸ਼ਨ ਪੁੱਟ ਕਰਤਾ A1, ਵੈਲੋਸਿਟੀ ਪੁੱਟ ਕਰਤੀ V1, A1 V1 ਅਸੀਂ ਕਿਸ ਦੇ ਇਕੁਅਲ ਲਿੱਤਾ, ਵੋਲੀਅਮ ਦੇ, ਵੋਲੀਅਮ ਫਲੋਇੰਗ ਪਰ ਸੈਕਿੰਡ। ਇਹ ਪ੍ਰੈਸ਼ਰ એનર્ਜੀ ਆ ਗਈ ਐਟ ਪੁਆਇੰਟ A। ਹੁਣ ਐਵੇਂ ਪ੍ਰੈਸ਼ਰ એનર્ਜੀ ਪਰ ਸੈਕਿੰਡ ਫਾइंड आउट ਕਰ ਲਓ, ਪ੍ਰੈਸ਼ਰ એનર્ਜੀ पर सेकेंड एट पॉइंट B, उस पर भी यही फार्मूला लगाओ, PAV वाला। प्रैशर हैगा P2, एरिया हैगा A2, वेलोसिटी हैगी V2। ठीक है, प्रैशर P2, एरिया A2, वेलोसिटी V2। A2 V2 भी किस दे इक्वल आया बेटा, V दे, है ना। तो बेटा A पॉइंट की प्रैशर एनर्जी आ गई, B पॉइंट की प्रैशर एनर्जी आ गई। A पॉइंट ते प्रैशर ज़्यादा है तो प्रैशर एनर्जी भी ज़्यादा होएगी, B पॉइंट का प्रैशर घट है तो प्रैशर एनर्जी भी घट आएगी। लॉस इन प्रैशर एनर्जी पर सेकेंड, है ना, लॉस काट लो, P1V माइनस P2V। ये आ गया A तो B एंड तक जाते जाते, फ्रॉम एंड A टू B एंड तक जाते जाते प्रैशर एनर्जी का इन्ना लॉस हो गया, है ना। प्रैशर एनर्जी का लॉस होया, काइनैटिक एनर्जी ते पोटेंशियल एनर्जी का गेन होया, है ना बेटा। गेन इन सिमिलरली गेन इन काइनैटिक एनर्जी पर सेकेंड, है ना। काइनैटिक एनर्जी पर सेकेंड बेटा इनिशियल पॉइंट ते काइनैटिक एनर्जी घट होएगी, फाइनल पॉइंट ते काइनैटिक एनर्जी ज़्यादा होएगी। इनिशियल ते घट, फाइनल ते ज़्यादा, है ना। तो कितना गेन होया, फाइनल काइनैटिक एनर्जी चो इनिशियल काइनैटिक एनर्जी माइनस कर दो, हाफ mv2 स्केयर माइनस हाफ mv स्केयर। m सेम रहेगा बिकॉज पाइप चो लिक्विड का मास की रहिंदा हुंदा कॉन्सटेंट, जिन्ना मास एंटर होएगा उन्ना ही मास लीव होएगा, सिर्फ स्पीड च फर्क पेगा, मास रिमेन्स कॉन्सटेंट। सिमिलरली गेन इन पोटेंशियल एनर्जी पर सेकेंड काट लो, इस भी फाइनल पोटेंशियल एनर्जी चो इनिशियल पोटेंशियल एनर्जी माइनस कर दो, है ना। सिर्फ हाइट्स का फर्क पे, है ना, पोटेंशियल मास रिमेन्स सेम, सिर्फ हाइट्स का फर्क पे। ठीक है, हूँ अकॉर्डिंग टू बेटा आप तिने काढ़ ले, लॉस इन प्रैशर एनर्जी भी फाइंड आउट कर लिया, गेन इन काइनैटिक एनर्जी, गेन इन पोटेंशियल एनर्जी फाइंड कर लिया। नाउ अकॉर्डिंग टू प्रिंसिपल ऑफ कंजर्वेशन ऑफ एनर्जी, प्रिंसिपल ऑफ कंजर्वेशन ऑफ एनर्जी के अकॉर्डिंग लॉस इन pressure energy is equal to gain in kinetic energy per second plus gain in potential energy per second। जिन्ना प्रैशर एनर्जी का लॉस होएगा उन्ना ही ये दो एनर्जीज का गेन होएगा। ना कोई एनर्जी क्रिएट होंदी हुंदी है, ना कोई एनर्जी डिस्ट्रॉय होंदी हुंदी है, सिर्फ ट्रांसफर होंदी है फ्रॉम वन फॉर्म टू अनदर। ये जिहड़ी काइनैटिक एनर्जी ते प्रैशर एनर्जी गेन हुई है, वधी है, ये बेटा प्रैशर काइनैटिक एनर्जी ते पोटेंशियल एनर्जी वधी है ना, ये जिहड़ा पोटेंशियल एनर्जी ते काइनैटिक एनर्जी च गेन होया है, ये ड्यू टू प्रैशर एनर्जी के लॉस कारण ही होया। प्रैशर एनर्जी ही इन्हां दो फॉर्म्स च कन्वर्ट हो रही है ना। प्रैशर एनर्जी हौली हौली घट गई, उही प्रैशर एनर्जी जिन्नी घटी है वो काइनैटिक एनर्जी ते पोटेंशियल एनर्जी की फॉर्म च वध गई। मतलब जिन्ना प्रैशर एनर्जी का लॉस होएगा उन्ना काइनैटिक ते पोटेंशियल एनर्जी का गेन होएगा। प्रैशर एनर्जी का लॉस अपने को कितना है बेटा, P1V माइनस P2V। ये काइनैटिक एनर्जी का गेन हाफ mv2 स्केयर माइनस हाफ mv1 स्केयर। पोटेंशियल एनर्जी का mgh2 mgh1, है ना। इस चो 1 वाली टर्म्स उधर ले जाओ, 2 वाली टर्म्स एक पासे इकट्ठे कर लो। P1V हाफ mv1 स्केयर इधर ले गए, mgh1 भी इधर ले गए, ये उधर P2V प्लस हाफ mv2 स्केयर mgh2। ਹੁਣ बेटा जिमें तुसी केमिस्ट्री च, है ना, जिमें P1V1 इज इक्वल टू P2V2 होवे तो PV इज इक्वल टू कॉन्सटेंट लिख लेंगे हो। आ सारी इक्वेशन 1 की फॉर्म च है, आ सारी इक्वेशन 2 की फॉर्म च है ना। तो आप इन्हों एवें लिख लेंगे, P कैपिटल V हाफ mv स्केयर mgh is equal to constant। capital V is volume, small v is velocity, है ना। थ्रू आउट मास नाल डिवाइड कर दो, डिवाइड थ्रू आउट बाय मास, डिवाइड थ्रू आउट
बाई एम, पी वी अपॉन एम, हाफ एम वी स्क्वायर अपॉन एम जी एच अपॉन एम, कॉन्स्टेंट अपॉन एम, है ना। पी वी मास होंगे वॉल्यूम इंटू डेंसिटी, एम नाल एम कैंसल, एम नाल एम कैंसल, कॉन्स्टेंट अपॉन कॉन्स्टेंट गिव्स अनदर कॉन्स्टेंट, ठीक है। तो वी नाल वी कैंसल होके बेटा पी बाई रो हाफ वी स्क्वायर जी एच इज इक्वल टू कॉन्स्टेंट। ये प्रूव हो गया, ये अपनी मैथमेटिकल फॉर्म बन गई बेटा जो उधर से देखो सेम बनी है, हाफ वी स्क्वायर प्लस जी एच प्लस पी बाई रो इज इक्वल टू कॉन्स्टेंट, एक कॉन्स्टेंट आ गया। This is pressure energy per unit mass, this is kinetic energy per unit mass, this is potential energy per unit mass, this becomes total energy per unit mass remains constant. Equation number first, ये बर्नौलीज थ्योरम की फर्स्ट स्टेटमेंट प्रूव होगी बेटा, ठीक है। अगर इनू फर्स्ट इक्वेशन नू सैकेंड रो नाल मल्टीप्लाई कर दो थ्रू आउट, मल्टीप्लाई फर्स्ट इक्वेशन बाय रो, है ना, ये बन जाएगा बेटा पी बाई रो इंटू रो हाफ वी स्क्वायर इंटू रो जी एच इंटू रो कॉन्स्टेंट इंटू रो नाल रो कैंसल, पी हाफ रो वी स्क्वायर रो जी एच कॉन्स्टेंट, डेंसिटी इज आल्सो कॉन्स्टेंट, कॉन्स्टेंट मल्टीप्लाई बाय कॉन्स्टेंट गिव्स अनदर कॉन्स्टेंट। ये बर्नौलीज थ्योरम की सैकेंड स्टेटमेंट बन गई। व्हाट इज पी? इट इज प्रेशर एनर्जी पर यूनिट वॉल्यूम, kinetic energy per unit volume, potential energy per unit volume, that becomes total energy per unit volume। जिमें बेटा total energy per unit mass तुसी लिख दो ना, total energy per unit mass, total energy per unit volume also remains constant। The second statement बन गई for a streamlined flow at any cross section of pipe total energy per unit mass ਦੀ जगह per unit volume भी अप्लाई कर सकते हो। मतलब न्यूमेरिकल्स वास्ते ਤੁਸੀਂ ਆ ਇਕੁਏਸ਼ਨ ਵੀ ਯੂਜ਼ ਕਰ ਸਕਦੇ ਹੋ ਐਂਡ ਨੂਮੈਰੀਕਲਸ ਵਾਸਤੇ ਆ ਵੀ ਲਗਾ ਸਕਦੇ ਹੋ। ਇਹ ਪਰ ਯੂਨਿਟ ਮਾਸ 'ਚ ਹੈ, ਪਰ ਯੂਨਿਟ ਮਾਸ 'ਚ, ਇਹ ਪਰ ਯੂਨਿਟ ਵੋਲੀਅਮ 'ਚ ਹੈ, ਪਰ ਯੂਨਿਟ ਵੋਲੀਅਮ 'ਚ, ਠੀਕ ਹੈ। ਅੱਛਾ ਹੁਣ ਅਗਰ ਅਸੀਂ ਇਕੁਏਸ਼ਨ ਨੰਬਰ ਫਸਟ ਨੂੰ ਹੋਰ ਸੁਣੋ, ਥਰਡ ਇਕੁਏਸ਼ਨ, ਇਕੁਏਸ਼ਨ ਫਸਟ ਨੂੰ ਡਿਵਾਈਡ ਕਰ ਦਿਓ, डिवाइड फर्स्ट इक्वेशन बाय जी, एक्सेलरेशन ड्यू टू ग्रेविटी नाल डिवाइड कर दो। पहली टर्म बन जाएगी बेटा पी बाय रो जी नाल डिवाइड करके, दूसरी टर्म बन जाएगी वी स्क्वायर बाय 2g, तीसरी टर्म जी नाल जी कट्टी जाएगी, एच रह जाएगा, कॉन्स्टेंट अपॉन जी गिव्स अनदर कॉन्स्टेंट। समझ गए? इनू आ देखो फर्स्ट इक्वेशन जी नाल डिवाइड किया पी बाय रो जी बन गया, इनू जी नाल डिवाइड किया वी स्क्वायर बाय 2g, इनू जी नाल डिवाइड किया जी नाल जी कैंसल, कॉन्स्टेंट अपॉन जी, कॉन्स्टेंट अपॉन कॉन्स्टेंट गिव्स अनदर कॉन्स्टेंट, ठीक है, वो बन गया। तो बेटा जो पी बाय रो जी है ना, पी ये टर्म्स याद रखियो, पी बाय रो जी नू बोलते हैं प्रेशर हैड, वी स्क्वायर बाय 2g नू बोलते हैं वेलोसिटी हैड, एच नू बोलते हैं ग्रेविटेशनल हैड। समझ गए? P by rho g is known as pressure head, V square by 2g is known as velocity head, H is known as gravitational head। तो थर्ड स्टेटमेंट बन गई भी थ्रू एनी क्रॉस सेक्शन सारे हेड्स दी समेशन इज अ कांस्टेंट क्वांटिटी, सारे हेड्स दी समेशन, है ना, प्रेशर हेड, है ना, फॉर एम लिख सकते हैं आप, फॉर अ स्ट्रीमलाइंड फ्लो, है ना, सम ऑफ pressure head, velocity head and gravitational head remains constant at any cross section। किसी भी क्रॉस सेक्शन ते, है ना, लिक्विड का प्रेशर हेड, वेलोसिटी हेड ते ग्रेविटेशनल हेड का सम कांस्टेंट रहेगा बेटा, कांस्टेंट। क्लियर? एंड ये तीसरी स्टेटमेंट होगी बर्नौलीज थ्योरम की। पेपर च वैसे तो जे सिंपल आ जाए भी स्टेट एंड प्रूव बर्नौलीज थ्योरम,
स्टेट एंड प्रूव बर्नौलीज थ्योरम। फिर फर्स्ट स्टेटमेंट तक करके आया करो, फर्स्ट स्टेटमेंट। बट बाई चांस ये आ गया भी सम ऑफ प्रैशर हैड, वेलोसिटी हैड एंड ग्रेविटेशनल हैड कॉन्सटेंट रहिंदा, प्रूव करो, तो फिर तुहानूं थर्ड इक्वेशन तक करना पेगा। विचों सैकेंड इक्वेशन कट दिओ, फर्स्ट इक्वेशन तक ड्राइव करियो, फर्स्ट इक्वेशन नूं जी नाल डिवाइड कर दिओ, थर्ड इक्वेशन बन जाएगी। जे तुहानूं उन्होंने कहता भी प्रूव दैट टोटल एनर्जी पर यूनिट वॉल्यूम रिमेन्स कॉन्सटेंट, है ना, पर यूनिट वॉल्यूम, फिर अपन दैट मीन सैकेंड इक्वेशन तक जाना है। फर्स्ट इक्वेशन तक जाओगे, उस तो बाद उन्होंने रो नाल मल्टीप्लाई कर दोगे, सैकेंड इक्वेशन प्रूव हो जाएगी, है ना। जे सिंपल पूछे स्टेट एंड प्रूव बर्नौलीज थ्योरम, तो सानू चारे थ्योरम्स, चारे स्टेटमेंट्स प्रूव करने की लोड़ नहीं, है ना। चार स्टेटमेंट्स है, एक होर करते हैं आप डिस्कस, चारे स्टेटमेंट्स प्रूव करने की लोड़ नहीं, फर्स्ट स्टेटमेंट प्रूव करा करो, है ना। जे कोई होर स्टेटमेंट डायरैक्टली पूछ ली, फिर थोनों उस स्टेटमेंट तक जाना पेगा, समझ गए बेटा। नाउ वी कम टू फोर्थ स्टेटमेंट, लास्ट स्टेटमेंट है बर्नौलीज थ्योरम की। हुण देखो फर्स्ट इक्वेशन, फ्रॉम फर्स्ट इक्वेशन, फ्रॉम फर्स्ट इक्वेशन फर्स्ट इक्वेशन अपने को है पी बाय रो वी स्क्वेयर बाय 2 जी एच इज इक्वल टू कॉन्स्टेंट, क्लियर। अच्छा, अगर पाइप सेम हॉरिजॉन्टल लेवल ते पई हुंदी, इफ पाइप इज प्लेस्ड at सेम हॉरिजॉन्टल लेवल, ਉਹਦੇ ਦੋਨੇ एंड्स सेम लेवल ਤੇ ਪਏ ਹੁੰਦੇ, ਤਾਂ ਬੇਟਾ ਇਸ ਕੇਸ 'ਚ ਜੇ ਦੋਨੇ ਲੈਵਲ ਸੇਮ ਨੇ, ਜਾਂ ਤਾਂ H1 ਇਜ਼ ਇਕੁਅਲ ਟੂ H2 ਲੈ ਲਿਆ ਕਰੋ। ਜਦੋਂ H1 ਇਜ਼ ਇਕੁਅਲ ਟੂ H2 ਲਓਗੇ, ਤੁਸੀਂ ਐਵੇਂ ਇਕੁਏਸ਼ਨ ਲਗਾਓਗੇ, ਦੇਖੋ V ਸਕੁਅਰ ਹਾਫ V1 ਸਕੁਅਰ GH1 P2 ਬਾਈ रो V2 ਸਕੁਅਰ ਬਾਈ रो GH2, ਐਵੇਂ ਬਣੇਗੀ ਨਾ ਬਰਨੌਲੀਜ਼ ਥਿਊਰਮ। ਆਹ ਵਾਲੀ ਇਕੁਏਸ਼ਨ ਨੂੰ ਆਪਾਂ ਨੇ 1 ਤੇ 2 ਦੀ ਫਾਰਮ 'ਚ, ਇੱਥੇ H1 ਆਏਗਾ, 1 ਤੇ 2 ਦੀ ਫਾਰਮ 'ਚ ਐਵੇਂ ਲਿਖ ਲਿਆ, है ना। बिकॉज पाइप इज प्लेस्ड एट सेम हॉरिजॉन्टल लेवल, तो H1 एंड H2 इक्वेट कर देंगे, H1 एंड H2 इक्वेट करने नाल ये खत्म हो जाएगा। अगर ये खत्म हो गया, फिर तुसी इक्वेशन नूं एवें लिख सकते हो, P बाय रो V स्क्वायर बाय 2 इज इक्वल टू कॉन्स्टेंट। लिख सकते हो कि नहीं लिख सकते, बोलो। अगर पाइप दोने एंड्स सेम लैवल ते होणगे, सेम लैवल ते, तो H1 H2 इक्वेट हो जाएंगे, कट्टे जाएंगे, फिर इक्वेशन आ बन जाएगी। तो जो पाइप सेम हॉरिजॉन्टल लैवल ते पई होवे, H1 H2 दे इक्वल हुंदा है, तुसीं इस इक्वेशन चों H नूं 0 लै सकदे हो, तुसीं लै सकदे हो भी H इज इक्वल टू 0, इक्वेशन डायरैक्ट आ बना सकदे हो। आ इक्वेशन किवें बनी, एवें बनी, आ तुहानूं मैं समझाता, देखो और तुहानूं यही समझाया भी आ इक्वेशन किवें बनी, है ना। पर तुसीं इहनूं एवें भी लिख सकते हो भी जे पाइप के दोने एंड्स सेम लैवल ते होण, तां उहनूं H0 लिख सकते। अगर H0 लिखांगे तो इत्थों बेटा देखियो P बाय रो इज इक्वल टू कॉन्स्टेंट माइनस V स्क्वेयर बाय 2, है ना। जिन्नी वेलोसिटी ज़्यादा होएगी, इफ वेलोसिटी इंक्रीजेस, जिन्नी वेलोसिटी बढ़ेगी, कॉन्स्टेंट चों तुसीं उन्नी वड्डी वैल्यू माइनस करोगे, जिन्नी वड्डी वैल्यू माइनस करोगे, थोड़ा आंसर उन्ना छोटा आएगा, उन्ना प्रैशर डिक्रीज होएगा, समझ गए। इस फार्मूले तो ये कनक्लूड होंदा बेटा भी जिन्नी तुसी वेलोसिटी वधाओगे, जिस जगह ते वेलोसिटी ज़्यादा होएगी, उस जगह ते प्रैशर घट होएगा, जिस जगह ते वेलोसिटी ज़्यादा होएगी, प्रैशर घट होएगा। जिथे वेलोसिटी घट होएगी, दैट मीनस कॉन्स्टेंट चो छोटी वैल्यू माइनस कर रहे हो, कॉन्स्टेंट चो जिन्नी छोटी वैल्यू माइनस करोगे उन्ना ही ज़्यादा आएगा, कॉन्स्टेंट चो जिन्नी वड्डी वैल्यू माइनस करोगे उन्ना ही घट आएगा, ठीक है बेटा। ये तो थोनू भी पता है, जिमें मान लो कॉन्स्टेंट नंबर 10 है, 10 चो आपां जे 2 माइनस करांगे तो 8 आएगा, जे 10 चो आपां 6 माइनस करांगे तो 4 आएगा, जे 10 चो 9 माइनस करांगे तो 1। जिन्नी आ वैल्यू इनक्रीज होएगी, इनक्रीज, उन्नी आ वैल्यू की होएगी बेटा डिक्रीज। जिन्ना तुसी V वधाओगे उन्ना P घटेगा, है ना। जिस जगह ते तां कनक्लूजन ये निकलिया, है ना, जिस जगह ते वेलोसिटी ज़्यादा होवे उत्थे प्रैशर घट होंदा है, जिस जगह ते वेलोसिटी ज़्यादा होवे उत्थे प्रैशर घट होंदा है, ठीक है। इस चीज़ में मैं थोड़ा डायग्रामेटिकली समझा रहा। आ देखो अपने को डायग्राम है
बेटा सिंपल जी गल है, इत्थे वेलोसिटी घट, एरिया ऑफ क्रॉस सैक्शन ज़्यादा सी, एरिया ऑफ क्रॉस सैक्शन ज़्यादा सी, वेलोसिटी घट सी, इक्वेशन ऑफ कॉन्टीन्यूटी के अकॉर्डिंग वेलोसिटी घट सी, एंड बर्नौलीज़ थ्योरम के अकॉर्डिंग जिथे वेलोसिटी घट होएगी उत्थे प्रैशर ज़्यादा होएगा, प्रैशर इज़ हाई। एंड जिथे एरिया ऑफ क्रॉस सैक्शन घट है, इक्वेशन ऑफ कॉन्टीन्यूटी के अकॉर्डिंग जिथे एरिया ऑफ क्रॉस सैक्शन घट है वेलोसिटी ज़्यादा होएगी, जिथे वेलोसिटी ज़्यादा होएगी उत्थे प्रैशर लो होएगा। समझ गए? इक्वेशन ऑफ कॉन्टीन्यूटी के अकॉर्डिंग ए एंड वी का रिलेशन इनवर्स है, एंड बर्नौलीज़ थ्योरम के अकॉर्डिंग प्रैशर एंड वी का रिलेशन भी इनवर्स है ना। प्रैशर इज इक्वल टू कॉन्सटेंट माइनस वी स्क्वेयर बाय जी है, वी स्क्वेयर बाय 2g, तो वी वधन नाल पी घटेगा। ठीक है, तो ये चीज़ खास ख्याल रखियो बेटा, बहुत सारे क्वेश्चन बनते हैं इस बिहाफ से भी, जिन्ना एरिया ऑफ क्रॉस सैक्शन ज़्यादा होएगा, इक्वेशन ऑफ कॉन्टीन्यूटी के अकॉर्डिंग उन्नी वेलोसिटी घट होएगी, जिन्नी वेलोसिटी घट होएगी बर्नौलीज़ थ्योरम की फोर्थ स्टेटमेंट के अकॉर्डिंग उन्ना प्रैशर ज़्यादा होएगा। जिथे एरिया ऑफ क्रॉस सैक्शन घट है, इक्वेशन ऑफ कॉन्टीन्यूटी के अकॉर्डिंग उत्थे वेलोसिटी ज़्यादा होएगी, जिथे वेलोसिटी ज़्यादा होएगी बर्नौलीज़ थ्योरम की फोर्थ स्टेटमेंट के अकॉर्डिंग उत्थे प्रैशर उन्ना घट होएगा, है ना। स्टूडेंट्स इसनूं ना आह वाले फार्मूले नाल कंपेयर करना शुरू कर देंगे हैं, फोर्स इज प्रैशर इज इक्वल टू फोर्स अपॉन एरिया। मैं थोड़ा आ भी स्टेटमेंट समझा देना भी आ फार्मूले नाल ना कंपेयर करना स्टार्ट, भी जिथे एरिया ज़्यादा उत्थे प्रैशर घट होगा, भी आ एरिया ज़्यादा है इत्थे प्रैशर घट होना चाहिए सी, ये तो हाई आ रहा है। आ एरिया घट है, एरिया घट है तो प्रैशर ज़्यादा होना चाहिए सी, लो आ रहा है, गलत बेटा नहीं। ये वाला फार्मूला उत्थे लगता होंगे जिथे तुसी फोर्स लगाओ, ਇਹ वाला फार्मूला उत्थे लगता होंगे जिथे तुसी फोर्स लगाओ। मान लो फॉर एग्जाम्पल आ सरफेस एरिया है, तुसी इस सरफेस एरिए ते फोर्स लगा रहे हो, की लगा रहे हो फोर्स, तो फाइंड कर रहे हो प्रैशर। जे ये एरिया लार्ज है, ये एरिया लार्ज है तो फिर प्रैशर लो बनेगा, जे ये एरिया स्मॉल है फिर प्रैशर हाई बनेगा। अगर एरिया लार्ज है तो प्रैशर लो, अगर एरिया स्मॉल है तो प्रैशर हाई बनेगा। इत्थे लगेगा फार्मूला जो तुसी किसी ऑब्जैक्ट ते फोर्स लगाओ, इत्थे कोई तुसी फोर्स नहीं लगा रहे हैगे, इत्थे तो लिक्विड का फ्लो हो रहा है, इस करके इत्थे इक्वेशन ऑफ कॉन्टीन्यूटी एंड बर्नौलीज़ थ्योरम लगेगी। तो बी केयरफुल अबाउट दैट पॉइंट। क्लीयर? ये सीगियां इहदियां 4 स्टेटमेंट्स बेटा। बर्नौलीज़ थ्योरम आपां कंप्लीट कर चुके हैं। होप यू अंडरस्टैंड वेरी वेल। थैंक यू वेरी मच।